7ਵੀਂ ਕਲਾਸ ਦੇ ਮੇਰੇ ਵਿਦਿਆਰਥੀਓ, ਹੁਣ ਆਪਾਂ ਤੁਹਾਡਾ ਅਧਿਆਇ 13 ਘਾਤ ਅਤੇ ਘਾਤਾਂਕ ਦੀ ਅਭਿਆਸ 13.1 ਦਾ 7ਵਾਂ ਕੁਐਸਚਨ ਸ਼ੁਰੂ ਕਰਨ ਜਾ ਰਹੇ ਹਾਂ। ਧਿਆਨ ਨਾਲ ਵੀਡੀਓ ਨੂੰ ਦੇਖਿਓ, ਧਿਆਨ ਨਾਲ ਸਮਝਿਓ ਤਾਂ ਕਾਪੀ ਆਪਣੀ ਚੰਗੀ ਤਰ੍ਹਾਂ ਸਾਫ਼ ਰਾਈਟਿੰਗ ਦੇ ਵਿੱਚ ਬਣਾਉਣੀ ਸ਼ੁਰੂ ਕਰ ਦਿਓ। ਹੇਠ ਲਿਖਿਆਂ ਨੂੰ 2 ਦੇ ਘਾਤ ਅੰਕੀ ਰੂਪ ਵਿੱਚ ਲਿਖੋ। 2 ਦੇ ਘਾਤ ਅੰਕੀ ਰੂਪ ਵਿੱਚ ਰਾਈਟ ਦ ਫੋਲੋਇੰਗ ਨੰਬਰਸ ਐਜ਼ ਪਾਵਰਸ ऑफ 2। देखो तुसी की करना है, 8 लिख लिया। देखो 8 ਨੂੰ इस तरह लिखना बेटा, देखो ध्यान ਨਾਲ। ਉਹਨੇ 2 ਦੇ ਘਾਤ ਅੰਕ ਬੋਲੇ ਨਾ, ਤੁਸੀਂ 2 ਨਾਲ ਭਾਗ ਕਰੀ ਜਾਣੀ ਬਾਰ-ਬਾਰ ਇਹਨੂੰ। 2 ਦਾ ਪਹਾੜਾ ਪੜੋ, 2 एकम 2, 2 दूनी 4, 2 तिया 6, 2 चौके 8, 4 ਤੇ ਆਇਆ ਨਾ, ਫਿਰ 2 ਤੇ ਭਾਗ ਕਰਨੀ ਹੈ। 2 एकम 2, 2 दूनी 4। 2 ਦੇ ਪਹਾੜੇ ਤੇ ਜਦੋਂ 8 ਆਉਂਦਾ ਹੈ ਉਹ ਲਿਖ ਲੈਣਾ ਹੈ, ठीक है। फिर 2 ਦੇ ਪਹਾੜੇ ਤੇ 4 ਕਦੋਂ ਆਉਂਦਾ ਹੈ? 2 ਤੇ ਆਉਂਦਾ ਹੈ। ਫਿਰ 2 ਦੇ ਪਹਾੜੇ ਤੇ 2 ਕਦੋਂ ਆਉਂਦਾ ਹੈ? 1 ਤੇ। ਜਦੋਂ 1 ਆ ਗਿਆ ਉਦੋਂ ਸਟਾਪ। ਹੁਣ ਗਿਣੋ 2 ਕਿੰਨੀ ਵਾਰੀ ਆਏ? 1 2 3। ਇਹਦਾ ਮਤਲਬ ਕੀ ਹੋਇਆ ਕਿ ਜੋ ਤੁਹਾਡਾ 8 ਸੀਗਾ ਉਸ ਨੂੰ ਅਸੀਂ ਕੀ ਲਿਖ ਸਕਦੇ ਹਾਂ? 2 ਦੇ ਉੱਪਰ ਘਾਤ 3 ਲਿਖ ਸਕਦੇ ਹਾਂ। ਸਮਝ ਲੱਗੀ ਕਿਸ ਤਰ੍ਹਾਂ ਕਿਸੇ ਨੰਬਰ ਨੂੰ ਅਸੀਂ ਘਾਤਾਂਕ ਰੂਪ ਦਿੰਦੇ ਹਾਂ? ਜਿਵੇਂ ਕਿ ਇੱਕ ਵਾਰੀ ਹੋਰ ਦੇਖੋ, 128 ਲਿਖ ਲਿਆ ਆਪਾਂ। ਦੇਖੋ 2 ਨਾਲ करना है। ਹੁਣ ਤੁਹਾਨੂੰ ਤਾਂ ਪਤਾ ਹੀ नहीं 128 2 ਤੇ ਕਦੋਂ ਆਉਂਦਾ है ना। ਫਿਰ ਤੁਸੀਂ ਭਾਗ ਕਰ ਸਕਦੇ ਹੋ। ਦੇਖੋ ਬੇਟਾ 128 ਨੂੰ 2 ਨਾਲ ਭਾਗ ਕਰਨੀ ਹੈ। 2 ਛਿੱਕੇ 12, ਬਕਾਇਆ ਕੁਛ ਨਹੀਂ, ਉੱਪਰ ਉਤਾਰ ਲਿਆ 8, 2 ਚੌਕੇ 8। ਖਤਮ। ਭਾਗ ਕਰਕੇ ਕਿੰਨਾ ਆंसर ਆਇਆ ਤੁਹਾਡੇ ਕੋਲ? 64। ਇੱਥੇ 64 ਲਿਖ ਦਿਓ। ਆਈ ਗੱਲ ਸਮਝ? ਫਿਰ 64 ਨੂੰ 2 ਨਾਲ ਭਾਗ ਕਰੋ। 2 तिया 6, बकाया कुछ नहीं, ऊपर उतार लिया 4, 2 दूनी 4। कितना आंसर आ गया? 32। 2 नाल भाग करन ते फिर 32 मिल गया। फिर 2 नाल भाग करो 32 नूं। 2 एकम 2, बकाया 1, ऊपर उतार लिया 2, 2 छिक्के 12। भाग खत्म। आंसर कितना आ गया? 16। फिर 2 ਨਾਲ। ਹੁਣ 16 ਤਾਂ ਤੁਹਾਨੂੰ ਪਤਾ ਹੀ ਹੈ 2 ਦੇ ਪਹਾੜੇ ਤੇ ਕਦੋਂ ਆਉਂਦਾ, ਇਹਨੂੰ ਭਾਗ ਕਰਨ ਦੀ ਲੋੜ ਨਹੀਂ ਹੈ। 2 8 16। ਫਿਰ 2 ਦੇ ਪਹਾੜੇ ਤੇ 8 ਕਦੋਂ ਆਉਂਦਾ? 4 ਤੇ। ਫਿਰ 2 ਦੇ ਪਹਾੜੇ ਤੇ 4 ਕਦੋਂ ਆਉਂਦਾ? 2 ਤੇ। ਫਿਰ 2 ਦੇ ਪਹਾੜੇ ਤੇ 2 ਕਦੋਂ ਆਉਂਦਾ? 1 ਤੇ। ਹੁਣ ਗਿਣੋ 2 ਕਿੰਨੇ ਆਏ? 1 2 3 4 5 6 7। ਇਹਦਾ ਮਤਲਬ 128 ਨੂੰ ਅਸੀਂ ਕੀ ਲਿਖ ਸਕਦੇ ਹਾਂ? 2 ਦੀ ਘਾਤ 7 ਆंसर। ਆਈ ਸਮਝ ਕਿਸ ਤਰ੍ਹਾਂ ਅਸੀਂ ਗੁਣਨਖੰਡ ਬਣਾ ਕੇ ਘਾਤਾਂ ਲਿਖ ਰਹੇ ਹਾਂ। ਇਸੇ ਤਰ੍ਹਾਂ ਅਸੀਂ ਹੁਣ 1024 ਦੇ ਗੁਣਨਖੰਡ ਬਣਾਵਾਂਗੇ। ਹੁਣ ਬੇਟਾ 1024 ਨੂੰ ਵੀ ਅਸੀਂ ਇਸ ਤਰ੍ਹਾਂ ਲਿਖ ਲਿਆ ਤੇ ਹੁਣ ਆਪਾਂ 1024 ਨੂੰ 2 ਨਾਲ ਭਾਗ ਕਰਨ ਲੱਗਿਆ। देखो 2 पंजे 10, बकाया कुछ नहीं, ऊपर उतार लिया 2, 2 एकम 2, बकाया कुछ नहीं, ऊपर उतार लिया 4, 2 दूनी 4। तो आंसर आ गया 512। इतने असीं की लिखांगे? 512। हुण 512 नूं फिर 2 नाल भाग किया जाएगा। 2 दूनी 4, बकाया 1, ऊपरों आ गया 1, 2 पंजे 10, बकाया 1, ऊपरों आ गया 2, 2 छिके 12। ਇਹਦਾ ਮਤਲਬ ਆ ਗਿਆ 256। ਹੁਣ 256 ਨੂੰ ਫਿਰ 2 ਨਾਲ ਕੀਤਾ ਜਾਏਗਾ ਭਾਗ। 256 ਨੂੰ ਜਦੋਂ 2 ਨਾਲ ਭਾਗ ਕੀਤਾ, 2 एकम 2, बकाया कुछ नहीं, ऊपर उतार लिया 5, 2 दूनी 4, बकाया 1, ऊपर उतार लिया 6, 2 8 16। ਇਹਦਾ ਮਤਲਬ ਆंसर ਆ ਗਿਆ 128। ਫਿਰ ਬੇਟਾ 128 ਨੂੰ 2 ਨਾਲ ਆਪਾਂ ਪਹਿਲਾਂ ਭਾਗ ਕੀਤਾ ਸੀਗਾ, ਸਾਡੇ ਕੋਲ ਆंसर ਆ ਗਿਆ ਸੀ 64। ਫਿਰ 64 ਨੂੰ 2 ਨਾਲ ਭਾਗ ਕੀਤਾ ਸੀਗਾ, ਸਾਡੇ ਕੋਲ ਆंसर ਆਇਆ ਸੀ 32। 32 ਨੂੰ 2 ਨਾਲ ਭਾਗ ਕੀਤਾ ਸੀਗਾ, ਸਾਡੇ ਕੋਲ ਆंसर ਆਇਆ ਸੀਗਾ 16। 16 ਨੂੰ 2 ਨਾਲ ਭਾਗ ਕਰਾਂਗੇ ਤਾਂ ਆंसर आ जाएगा 8। 8 ਨੂੰ 2 ਨਾਲ ਭਾਗ ਕਰਾਂਗੇ ਤਾਂ ਆंसर आ जाएगा 4।
4 ਨੂੰ 2 ਨਾਲ ਭਾਗ ਕਰਾਂਗੇ ਤਾਂ ਆਨਸਰ ਆ ਜਾਏਗਾ 2 ਤੇ 2 ਨੂੰ 2 ਨਾਲ ਭਾਗ ਕਰਾਂਗੇ ਤਾਂ ਆਨਸਰ ਆ ਜਾਏਗਾ 1। ਤੇ ਇਸ ਤਰ੍ਹਾਂ ਅਸੀਂ 1024 ਦੇ ਵਿੱਚ 1 2 3 4 5 6 7 8 9 10 2 ਕਿੰਨੀ ਵਾਰੀ ਆ ਰਿਹਾ 10 ਵਾਰੀ ਆ ਰਿਹਾ। ਇਸ ਦਾ ਮਤਲਬ 1024 ਨੂੰ ਅਸੀਂ 2 ਦੀ ਘਾਤ 10 ਲਿਖ ਸਕਦੇ ਹਾਂ। ਇਹ ਸਾਡਾ ਆਨਸਰ ਹੋ ਗਿਆ। तो उम्मीद है 7वां क्वेश्चन चंगी तरह समझ आया होगा किस तरह असी दिती संख्या नूं 2 के घातंक रूप विच लिखिया है। हुण आपां 8वां क्वेश्चन करांगे। 8वें क्वेश्चन च कह रहे हैं कि हेठ लिखिया नूं 3 के घातंक रूप विच लिखो। राइट द फॉलोइंग नंबर्स एज पावर्स ऑफ 3। सेम क्वेश्चन बट हुण घात 3 है। इहदा मतलब 27 नूं असी 3 नाल भाग करके लिखांगे। 3 9 27, फिर 3 दे पढ़ते हो गया 3 3 9, फिर 3 एकम 3। किन्ने 3 आई गिनो 1 2 3। ਇਹਦਾ मतलब 27 ਨੂੰ ਅਸੀਂ 3 ਦੀ ਘਾਤ 3 ਲਿਖ ਸਕਦੇ ਹਾਂ। अगला भाग है 2187। ਹੁਣ 2187 ਨੂੰ ਅਸੀਂ 3 ਨਾਲ ਭਾਗ ਕਰਾਂਗੇ। 21 है 3 7 21, बकाया कुछ नहीं, ऊपर उतार लिया 8, 3 दूनी 6, बकाया 2 ऊपर उतर गया साढ़े कोल 7, 3 9 27। ਇਹਦਾ मतलब 2187 ਨੂੰ 3 ਨਾਲ ਭਾਗ ਕੀਤਾ ਤਾਂ ਸਾਡੇ ਕੋਲ 729 आ गया। ਉਹਨੂੰ फिर 3 ਨਾਲ भाग करना पैना अपन, ठीक है ना। तो हम 729 ਨੂੰ ਅਸੀਂ फिर 3 ਨਾਲ भाग करांगे। 3 दूनी 6, बकाया 1 ऊपर उतार लिया 2, 3 चौके 12, बकाया कुछ नहीं, ऊपर आ गया 9, 3 3 9, भाग खत्म। आंसर कितना आया 243। ਉਹਨੂੰ फिर 3 ਨਾਲ भाग करना पैना। तो 243 ਨੂੰ ਅਸੀਂ ਹੁਣ 3 ਨਾਲ भाग करांगे। 3 8 24, बकाया कुछ नहीं, ऊपर उतार लिया 3, 3 एकम 3। ਇਹਦਾ मतलब कितना आ गया 81 आंसर आ गया। फिर 3 ਨਾਲ भाग करांगे। ਹੁਣ 81 ਨੂੰ 3 ਨਾਲ ਕੀਤਾ 3 एकम 3, 3 दूनी 6, बकाया 2 ऊपर उतार लिया 1, 3 7 21, कितना आ गया 27। ਹੁਣ 27 ਨੂੰ 3 ਨਾਲ भाग करांगे। 27 ਨੂੰ ਹੁਣੇ 3 ਨਾਲ भाग ਕੀਤਾ ਸੀਗਾ 9 3 27, फिर 3 ਦੇ ਪੜ੍ਹਦੇ 3 3 9, फिर 3 एकम 3। ਹੁਣ ਆਪਾਂ ਜਦੋਂ ਕਾਊਂਟ ਕਰਦੇ ਹਾਂ 1 2 3 4 5 6 7, ਇਹਦਾ मतलब 2187 ਨੂੰ ਅਸੀਂ 3 ਦੀ ਘਾਤ 7 ਦੇ ਰੂਪ ਵਿੱਚ ਲਿਖ ਸਕਦੇ ਹਾਂ। इस तरह 8वें सवाल ਦੇ ਵਿੱਚ ਅਸੀਂ 3 ਦੀ ਘਾਤੰਕ ਰੂਪ ਲਿਖਣਾ ਸਿੱਖਿਆ ਹੈ। ਤੇ ਇਸ ਤੋਂ ਪਿਛਲੇ ਸਵਾਲ ਦੇ ਵਿੱਚ ਅਸੀਂ 2 ਦੀ ਘਾਤੰਕੀ ਰੂਪ ਵੀ ਲਿਖਣਾ ਸਿੱਖ ਚੁੱਕੇ ਹਾਂ। उम्मीद है समझ आया होगा। 9वां क्वेश्चन देखो, बहुत ही इंपॉर्टेंट क्वेश्चन। फाइंड द वैल्यू ऑफ एक्स इन ईच ऑफ द फॉलोइंग। हेठ लिखिया विचों हरेक विच एक्स का मुल पता करो। हुण तुसीं ध्यान नाल देखना है, तुहाडे सवाल दे विच खब्बे पासे 7 की घात है कुछ एक्स, ते सज्जे पासे है 343। हुण तुसीं की करना है, तुसीं 343 ਨੂੰ 7 ਦੇ ਘਾਤੰਕ ਰੂਪ ਵਿੱਚ ਲਿਖਣਾ ਹੈ। ਸਮਝ ਲੱਗੀ? ਕਿਹੜੇ ਘਾਤੰਕ ਰੂਪ ਵਿੱਚ? ਸਿਰਫ ਔਰ ਸਿਰਫ 7 ਦੇ ਘਾਤੰਕ ਰੂਪ ਵਿੱਚ ਹੀ ਲਿਖਣਾ ਹੈ। ਤੇ ਹੁਣ ਆਪਾਂ ਇਹ ਦੇਖਣਾ ਹੈ ਕਿ 7 ਦੇ ਘਾਤੰਕ ਰੂਪ ਵਿੱਚ 343 ਨੂੰ ਕਿਵੇਂ ਲਿਖ ਸਕਦੇ ਹਾਂ। ਬਹੁਤ ਸੌਖਾ ਹੈ। ਅਸੀਂ ਕੀ ਕਰਦੇ ਹਾਂ, 7 ਨੂੰ 7 ਨਾਲ ਗੁਣਾ ਕਰਦੇ ਹਾਂ। 7 7 49, फिर 49 ਨੂੰ देखो ना 7 गुणा 7 49 आ गए। फिर एक होर 7 कर लो गुणा, 49 ਨੂੰ 7 ਨਾਲ गुणा करिए। 49 ਨੂੰ 7 ਨਾਲ गुणा करते हैं 9 7 63, 3 ऊपर 6, 7 चौका 28 ते 6 34 आ गया 343। ਇਹਦਾ मतलब कितनी बारी गुणा की 7 ਨੂੰ? 3 बारी गुणा की। ਇਹਦਾ मतलब की होया कि 7 की घात 3 होएगा 343
आई गल समझ। 343 ਨੂੰ ਅਸੀਂ 7 ਦੇ ਘਾਤਕ ਰੂਪ ਵਿੱਚ ਸੌਖੇ ਢੰਗ ਨਾਲ ਲਿਖ ਲਿਆ। इस तरह भी कर सकते सी आप 343 ਨੂੰ 7 ਨਾਲ ਭਾਗ ਕਰੀਏ। 7 चौका 28 बकाया 6 उपरों 3 उतारिया 7 नाम 63। ठीक है ना। फिर 49 ਨੂੰ 7 ਨਾਲ ਭਾਗ ਕਰੀਏ। 7 7 49। ਇਹਦਾ ਮਤਲਬ ਜਦੋਂ ਆਪਾਂ 343 ਦੇ ਗੁਣਨਖੰਡ ਬਣਾਏ ਸੀਗੇ 7 ਨਾਲ ਭਾਗ ਕਰਕੇ 49 ਪ੍ਰਾप्त ਕੀਤਾ, फिर 7 ਨਾਲ भाग करके 7 प्राप्त किया, फिर 7 एकम 7 किन्ने आए 7 1 2 3। तो इस तरह भी असीं कर सकते सीगे ते गुणा करके मैथड भी किया जा सकता सीगा। तो हुण 7 बराबर 7 नूं छड्ड दिओ। x बराबर कि आ गया घात बराबर घात। जे आधार सेम ने तो घात भी सेम रखनी होणगियां तो x बराबर 3 तुहाडा आंसर होएगा। इसी तरह हुण दूजे भाग दे विच 9 की घात x है तो 729 ਨੂੰ ਆਪਾਂ 9 ਦੀ ਘਾਤ ਲਿਖਣੀ ਹੈ ਕਿੰਨੀ ਹੋਏਗੀ। ਠੀਕ ਹੈ ਨਾ। ਹੁਣ ਆਪਾਂ ਗੁਣਾ ਵਾਲਾ ਮੈਥਡ ਵੀ ਆਪਟ ਕਰ ਸਕਦੇ ਹਾਂ ਤੇ ਭਾਗ ਵਾਲਾ ਵੀ। 9 ਹੈ 81। 81 ਨੂੰ 9 ਗੁਣਾ 9 ਤਾਂ ਹੋ ਗਏ 81 है ना। 81 ਨੂੰ 9 ਨਾਲ ਗੁਣਾ ਕੀਤਾ ਸਾਡੇ ਹੋਗਾ 729 ਆ ਗਿਆ। ਇਹਦਾ ਮਤਲਬ 9 ਕਿੰਨੀ ਵਾਰੀ ਆਏ 3 ਵਾਰੀ ਆਏ। ਇੱਥੇ ਵੀ ਆਧਾਰ ਸੇਮ ਸੀਗੇ ਇਸ ਕਰਕੇ x ਦੀ ਬਰਾਬਰ 3 ਹੀ ਤੁਹਾਡਾ ਆਨਸਰ ਆ ਗਿਆ। इस सवाल दे विच -8 की घात x है तो -512 नूं लिखना है। सारिਆਂ ਨੂੰ पता 8 8 64। 8 गुणा 8 तो हो गए 64। ਹੁਣ 64 ਨੂੰ 8 ਨਾਲ ਗੁਣਾ करा तो 512 आ गया। वेरी गुड। ਇਹਦਾ मतलब इस सवाल दे विच भी 512 ਨੂੰ -8 की घात 3 लिखा जाएगा तो x इस सवाल दे विच भी 3 ही आंसर होवेगा। इस तरह 9वें सवाल दे असी देखो सज्जे पासे नूं घातक रूप दिता, खब्बा पासा देख के इनू 7 का घातक रूप दिता, इनू 9 का घातक रूप दिता, इनू 8 का घातक रूप दिता है। वो बाई चांस होया कि सारिਆਂ की घात 3 बनी तो आंसर 3 आ गए। इंज सारा हर सवाल च नहीं हो सकता। जे रकम चेंज हो जाएगी तो 3 आंसर की थां कुछ और आंसर भी आ सकता है। 10वां क्वेश्चन देखो, टू वट पावर -2 शुड बी रेज टू गेट 16। 16 ਨੂੰ -2 की किन्नी घात लिख सकते हैं। गल उत्थे आ गई ना। 16 ਨੂੰ ਅਸੀਂ -2 की घात बनानी है तो ਅਸੀਂ 16 ਨੂੰ 2 ਨਾਲ ही भाग करांगे। 2 8 16, फिर 2 चौके 8, फिर 2 दूनी 4, 2 एकम 2। ਇਹਦਾ मतलब ਹੁਣ 16 ਦੇ ਵਿੱਚ 1 2 3 4 ਆਏ ना तो 16 ਨੂੰ ਅਸੀਂ -2 की घात 4 लिख सकते हैं बेटा। आंसर माइनस का मतलब क्यों, क्योंकि 4 घात है वो प्लस बन जाती है, इस करके माइनस लगाने का कोई इफेक्ट नहीं पै सकता। तो याद रखो 16 ਨੂੰ 2 की घात लिखने लिए असीं इस तरह गुणनखंड बना के देख लें। 11वां क्वेश्चन देखो, 11वें सवाल देखो, ਹੇਠਾਂ ਲਿਖਿਆਂ ਵਿੱਚੋਂ ਹਰੇਕ ਨੂੰ ਅਭਾਜ ਗੁਣਨਖੰਡਾਂ ਦੇ ਘਾਤ ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖੋ। ਰਾਈਟ ਦ ਪ੍ਰਾਈਮ ਫੈਕਟਰਾਈਜੇਸ਼ਨ ਆਫ ਫॉलोइंग ਨੰਬਰਸ ਇਨ ਐਕਸਪੋਨੈਂਸ਼ੀਅਲ ਫॉर्म। लेकिन ਅਭਾਜ ਗੁਣਨਖੰਡ बेटा प्राइम मतलब ਅਭਾਜ ਨੰਬਰ ਕਿਹੜੇ ਹੁੰਦੇ ਤੁਹਾਨੂੰ ਯਾਦ ਕਰਾਏ ਸੀਗੇ। 2 ਤੋਂ ਬਾਅਦ 3 ਤੋਂ ਬਾਅਦ 4 ਨਹੀਂ ਆਉਂਦਾ बेटा 5 ਤੋਂ ਬਾਅਦ ਸਿੱਧਾ ਹੀ 7 ਤੋਂ ਬਾਅਦ 11 ਤੋਂ ਬਾਅਦ 13। इस तरह वो रकम लिखनिया ने जिहड़ियां सिर्फ अपने पहाड़े ते जांदियां, उही पहाड़े लैने आ, होर कोई पहाड़ा नहीं लै सकते तुसीं। तो सब तो पहले असीं 72 2 के पहाड़े ते लिखांगे। 72 नूं असीं 2 नाल भाग करांगे है ना। 2 नाल भाग करके देखांगे 72 कदों आंदा है। तो हुण असीं 72 नूं 2 नाल भाग कीता 2 तिया 6 बकाया 1 उपरों उतारिया 2 2 6 12 तो साडे कोल आ गया जी 36। 36 फिर 2 नाल भाग हो सकता है, चेक कर लेने। जिस दे अखीर दे विच जिहड़ी रकम है वो 2 के पढ़े ते आउंदी है, उन्होंने 2 नाल ही भाग करिया करो। 2 एकम 2 बकाया 1 उपर उतार लिया 6 2 8 16।
तो साढ़े को आंसर आ गया जी 18। अखीरला अखर 2 के पढ़ ते आउंदा है, इस करके इनू भी 2 नाल ही भाग करांगे। 2 आया 18, फिर अखीरला अखर 9 है। हुण 9 देखो इन्हां दे किहड़े पढ़ च जांदा है? 2 ते आंदा 9 नहीं आंदा, 3 ते 3 एकम 3, 3 दूनी 6, 3 तिया 9। हाँ जी आंदा है जी 3 तिया 9, फिर 3 एकम 3। गल समझ लगी? पहला 2 नाल जिन्नी भाग हो सकती सी कर लई, फिर 3 नाल भाग करनी है, फिर 5 नाल, 7 नाल, 11 नाल, 13 नाल, इस तरह भाग करदी रहनी जदों तक 1 नहीं होंदा। तो इस तरह साडे कोल जिहड़ा घातक रूप आया है वो देखो 72 का। 72 का घातक रूप की लिखोगे? 1 2 3, 2 आए है जी 3 बारी, गुणा 1 ते 1 2, 3 आया है 2 बारी। ये तो आंसर है। उम्मीद है समझ आया होगा। इसी तरह हम आप 360 वाला भाग करांगे। हम 360 नूं असीं 2 नाल भाग करांगे। 2 एकम 2, बकाया 1 उपर उतार लिया 6, 2 अठे 16, बकाया कुछ नहीं, 0 का उपर 0 लग गया, मतलब सानू 180 मिलया है। अखीरला अखर 0 है, फिर 2 नाल ही भाग करांगे। 2 आया 18, बकाया कुछ नहीं, 0 उपर लग गया, मतलब सानू 90 मिलया है। फिर असीं 2 नाल ही भाग करांगे। 2 चौका 8, बकाया 1 उपर उतार लिया 0, 2 पंजे 10, सानू 45 मिलया है। 45 का अखीरला अखर 2 के पढ़ ते नहीं जाता, इस करके हुण 45 नूं असीं 3 नाल भाग करके देखांगे। 3 एकम 3, बकाया 1 उपर उतार लिया 5, 3 पंजे 15, भाग पूरी हो गई। आंसर आ गया सानू 3 नाल भाग करन ते 15 मिलया है। फिर 3 नाल भाग किया 5 तिया 15, लेकिन हुण 5 नूं 5 नाल ही भाग किया जा सकता है। तो इस तरह साडे कोल 360 के जिहड़े गुणनखंड बने ने, देखो ध्यान नाल। एक 2 3, 2 कितनी बारी है? 3 बारी है, घात 3 लिख लिया, गुणा 3 कितनी बारी है? 2 बारी है। देखो ना, 2 कितनी बारी है? 3 बारी है, 3 2 बारी है, तो 5 1 बारी है। ये तुहाडा आंसर होगा। उम्मीद है समझ आई होगी। इसी तरह असीं 405 वाले क्वेश्चन नूं करांगे। 405 के अखीर च बेटा जी 5 है, तो 2 के बढ़ते जाएगा नहीं, 3 नाल चेक कर लेने हैं। 3 एकम 3, बकाया 1 उपर उतार लिया 0, 3 तिया 9, बकाया 1 उपर उतार लिया 5, 3 पंजे 15, बिल्कुल ठीक 135 आ गया 3 नाल भाग करन ते। 135 दे फिर 3 नाल भाग करके देखते हैं कि भाग होंदी है कि नहीं। 3 चौके 12, बकाया 1 उपर उतार लिया 5, 3 पंजे 15, हो गई भाग कंप्लीट। आंसर आ गया 45। 45 नूं फिर 3 नाल भाग करांगे। 3 एकम 3, बकाया 1 उपर उतारिया 5, 3 पंजे 15, भाग करके आ गया 15। फिर 3 नाल भाग हुई, 3 पंजे 15, तो 5 आ गया तुहाडे कोल 1। तो इस तरह साडे कोल 405 नूं घातंकी रूप देण लई 3 की घात आएगी 1 2 3 4, तो 5 की घात आएगी 1। आंसर इस तरह साढ़े 3 भाग कंप्लीट हो चुके हैं, जिन्होंने असी अभाज्य गुणनखंडां के घातंक रूप में लिखा है। इसी तरह अगला भाग है 648, जिसनों असी 2 नाल भाग करांगे। 2 तिया 6, 2 दूनी 4, 2 चौके 8, इस तरह भी कर सकते हो, भाग करके भी दे सकते हो। फिर 2 नाल 2 16 दूनी 32, 2 दूनी 4, फिर 2 नाल किता 8 दूनी 16, 8 2 एकम 2, फिर 3 नाल गया 27 तिया 81 होंदा है, फिर 3 ते गया 9 तिया 27 होंदा है, फिर 3 ते गया 3 तिया 9 होंदा है, फिर 3 ते गया 3 एकम 3 होंदा है। तो इस तो असीं की पता किया कि 648 नूं असीं किवें लिखांगे? 2 की घात 3 गुणा
3 ਦੀ ਘਾਤ 4। ਇਹ ਸਾਡਾ ਆਨਸਰ ਆ ਗਿਆ। ਇਸੇ ਤਰ੍ਹਾਂ 3600 ਨੂੰ 2 ਨਾਲ ਭਾਗ ਕੀਤਾ, 18 दूनी 36 ਹੁੰਦਾ, ਨਾਲ 2 ਲੱਗ ਗਏ 0। फिर 2 ਨਾਲ ਕੀਤਾ 9 दूनी 18, ਨਾਲ 2 0 ਲੱਗ ਗਏ। फिर 2 ਨਾਲ ਕੀਤਾ 45 दूनी 90, 0 ਲੱਗ ਗਿਆ। ਤੁਸੀਂ ਭਾਗ ਕਰਕੇ ਦੇਖ ਸਕਦੇ ਹੋ ਬੇਟਾ। फिर 2 ਨਾਲ ਕੀਤਾ 2 दूनी 4, 25 दूनी 50। फिर ਅਸੀਂ ਇਸ ਨੂੰ ਕਰਤਾ 5 ਨਾਲ, 3 ਨਾਲ ਕੀਤਾ 7 ਤੀ 21, 5 ਤੀ 15। फिर 3 ਨਾਲ ਕੀਤਾ 3 दूनी 6, 5 ਤੀ 15। फिर 5 ਨਾਲ ਕੀਤਾ ਭਾਗ, 5 5 25। फिर 5 ਨਾਲ ਕੀਤਾ 1। याद रखो ਅਸੀਂ पहाड़ा 2 ਦਾ लेना है, फिर 3 ਦਾ लेना है, फिर 5 ਦਾ, फिर 7 ਦਾ, फिर 11 ਦਾ, फिर 13 ਦਾ। ਇਸ ਤੋਂ ਇਲਾਵਾ ਕੋਈ ਹੋਰ ਪਹਾੜਾ ਨਹੀਂ ਲੈ ਸਕਦੇ। ਤੇ ਇਸ ਤੋਂ ਸਾਨੂੰ ਪਤਾ ਲੱਗਾ ਕਿ 3600 ਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ। 2 ਦੀ ਘਾਤ ਲਿਖਾਂਗੇ ਜੀ 4, 3 ਦੀ ਘਾਤ 2 ਤੇ 5 ਦੀ ਘਾਤ ਵੀ 2। इस तरह साड़ी जी अभ्यास है 13.1 पूरी कंप्लीट हो गई है बेटा जी। उम्मीद है तुहानूं समझ आया होगा। जेकर फिर भी कोई क्वारी तुहाडी बचती है, कुछ पुछना रह जाता है, तो तुसीं इस नंबर ते WhatsApp ते संपर्क कर सकते हो। उम्मीद है तुहानूं समझ आया है।